ਉਦੋਂ ਤੁਹਾਨੂੰ ਪਤਾ ਸੀ ਵੀ ਜਿਸ ਮਤੇ ਦੇ ਉੱਤੇ ਸਾਈਨ ਕਰਵਾਏ ਗਏ ਆ ਜੀ ਵੀ ਇੱਥੇ ਇੰਡਸਟਰੀ ਲੱਗਣੀ ਆ ਜਾਂ 450 ਕਿੱਲਾ ਪੰਚਾਇਤ ਦੀ ਜ਼ਮੀਨ ਲੈ 400 ਕਿੱਲਾ ਨਹੀਂ, ਉਹਨਾਂ ਨੇ ਕਿਹਾ 200 ਕਿੱਲੇ ਦਾ ਕਹਿ ਕੇ ਹਾਈ ਸਾਈਨ ਤੇ ਕਰਵਾਏ। 200 ਕਿੱਲਾ ਵੀ ਦੇਣਾ ਠੀਕ ਹੈ, ਜਾਇਜ਼ ਗੱਲ ਹੈ ਜੀ। ਪਿੰਡ ਦੇ ਮੁਤਾਬਿਕ ਪਿੰਡ ਦੇ ਹਿੱਤ ਦੀ ਗੱਲ ਸੀ ਉਹ। ਇਹ ਕਹਿੰਦੇ 200 ਕਿੱਲੇ ਦਾ ਕਹਿ ਕੇ ਮਤਾ ਪਵਾਇਆ ਤੇ ਪਿੰਡ ਸਹਿਮਤ ਸੀ 200 ਕਿੱਲਾ ਦੇਣ ਨਹੀਂ 200 ਕਿੱਲੇ ਨੂੰ ਵੀ ਅਸੀਂ ਰਾਜੀ ਨਹੀਂ ਸੀ ਹੈਗੇ। ਤੇ ਤੁਸੀਂ ਸਰਪੰਚ ਬਣੇ ਸੀ, ਤੁਹਾਨੂੰ ਕੋਈ ਨਾ ਕੋਈ ਨੌਲੇਜ ਸੀਗੀ ਜਾਂ ਤੁਹਾਨੂੰ ਲੱਗਿਆ ਵੀ ਮੈਂ ਸਰਪੰਚ ਬਣਨ ਦੇ ਕਾਬਿਲ ਆ, ਮੈਂ ਲੋਕਾਂ ਦੇ ਹਿੱਤ ਦੇ ਫੈਸਲੇ ਕਰਾਂਗੀ, ਪਰ ਇਹ ਤਾਂ ਲੋਕ ਵਿਰੋਧੀ ਦੱਸ ਰਹੇ ਆ ਜਿਹਦੇ ਤੇ ਮੋਹਰ ਲਾਤੀ ਤੁਸੀਂ। ਜਦੋਂ ਤੁਸੀਂ ਕਹਿੰਦੇ ਜੀ ਮੈਂ ਅਨਪੜ੍ਹ ਹਾਂ, ਮੈਨੂੰ ਨਹੀਂ ਪਤਾ ਲੱਗਿਆ, ਫਿਰ ਇਹ ਵੀ ਤੁਸੀਂ ਮੰਨਦੇ ਹੋ ਵੀ ਸਾਨੂੰ ਸਰਪੰਚੀ ਦੇ ਵਿੱਚ ਅੱਗੇ ਨਹੀਂ ਆਉਣਾ ਚਾਹੀਦਾ? ਜਿਹੜੇ ਪੜ੍ਹੇ ਲਿਖੇ ਆ ਉਹਨਾਂ ਦੇ ਵੱਸ ਦਾ ਕੰਮ ਹੈ ਇਹ, ਅਨਪੜ੍ਹ ਬੰਦਿਆਂ ਦਾ ਨਹੀਂ ਹੈ। ਇਹ ਮੰਨਦੇ ਹੋ ਹੁਣ ਤੁਸੀਂ? ਨਹੀਂ, ਮੈਂ ਤਾਂ ਜਿੰਨਾ ਚਿਰ ਹੈਗੀ ਮੈਂ ਤਾਂ ਕਰੂੰਗੀ, ਮੈਂ ਸਾਥ ਦਊਂਗੀ ਨਾਲ। ਮੈਂ ਥੋੜਾ ਪਿਓ ਸਰਪੰਚੀ ਦੇ ਦੂੰ ਕਿਸੇ ਇਹ ਸਰਪੰਚੀ ਨਹੀਂ ਦੇ ਸਕਦੇ, ਪਿੰਡ ਦੀ ਜ਼ਮੀਨ ਤੇ ਪਿੰਡ ਦੇ ਸਕਦੇ ਆ। ਕਿਉਂ ਦੇ ਸਕਦੇ ਆ? ਪਿੰਡ ਐਵੇਂ ਦੇ ਸਕਦੇ ਪਿੰਡ? ਹਾਂ, ਇਹ ਜਬ ਤੋਂ ਜ਼ਿਆਦਾ ਵਿਰੋਧੀਆਂ ਨਾਲੇ ਦੇ ਰਿਹਾ ਮੇਰਾ। ਤੁਸੀਂ ਪੰਚਾਇਤ ਮੈਂਬਰ ਹੋ, ਹੁਣ ਫੈਸਲਾ ਹੁਣ ਬਾਈ ਜੀ ਇਮਾਨਦਾਰੀ ਨਾਲ ਦੱਸੋ, ਨੌਜਵਾਨ ਹੋ ਤੁਸੀਂ। ਬਿਲਕੁਲ ਜੀ, ਮੈਂ ਨਹੀਂ ਪੰਚਾਇਤ ਮੈਂਬਰ, ਮੇਰੇ ਘਰ ਵਾਲੀ ਪੰਚਾਇਤ ਮੈਂਬਰ ਹੈ ਜੀ। ਚਲੋ ਠੀਕ ਹੈ ਜੀ। ਪਹਿਲੀ ਗੱਲ ਤਾਂ ਉਹ ਨਾਲ ਨਹੀਂ ਗਈ, ਉਹ ਨਾਲ ਨਹੀਂ ਹੈ ਇਸ ਫੈਸਲੇ ਦੇ, ਉਹ ਫੈਸਲੇ ਦੇ ਨਾਲ ਹੀ ਨਹੀਂ ਗਏ ਜਿੱਦਣ ਮਤਾ ਗਏ ਨਹੀਂ ਉਹ। ਅੱਛਾ, ਹਾਂਜੀ। ਜੇ ਉਹ ਨਾਲ ਨਹੀਂ ਗਏ ਤਾਂ ਇਹ ਸਰਦਾਰ ਕਹਿੰਦੇ ਇਹਨਾਂ ਦੇ ਸਾਈਨ ਨੇ, ਮੇਰੇ ਸਾਈਨ ਕਿਵੇਂ ਹੋ ਸਕਦੇ ਆ ਜੀ? ਨਾਲ ਕਹੀਏ ਸਾਈਨ ਹੋਏ ਯਾਰ ਨਾਲ ਨਹੀਂ ਗਈ, ਮੈਂ ਕਿੱਦਾਂ ਕਹਿੰਦਾ ਮੈਂ ਨਾਲ ਗਈ ਆ? ਜੇ ਉਹਨਾਂ ਨੇ 200 ਦੱਸੀ ਸੀਗੀ, ਅਸੀਂ ਉੱਥੇ ਮੁੱਦਾ ਰੱਖਿਆ ਸੀ ਜੀ 5-5 ਕਿੱਲੇ ਸਾਨੂੰ ਪੱਕੇ ਤੌਰ ਤੇ ਦਿੱਤੇ ਜਾਣ। ਜੇ ਉਹਨਾਂ ਨੇ ਸਾਡੀ ਉਸ ਗੱਲ ਨੂੰ ਮੰਨਿਆ ਫਿਰ ਅਸੀਂ ਸਹਿਮਤ ਹਾਂ। ਉਹਨਾਂ ਨੇ ਤਾਂ ਮੰਨੀ ਨਹੀਂ ਸਾਡੀ ਗੱਲ, ਅਸੀਂ ਕਿੱਦਾਂ ਮੰਨ ਲਈਏ? ਉਹਨਾਂ ਨੇ ਕਿਹਨੇ ਨਹੀਂ ਮੰਨੀ ਜੀ? ਤੁਸੀਂ ਕਹਿੰਦੇ ਸਾਡੇ ਘਰ ਵਾਲੀ ਤਾਂ ਗਈ ਓ ਨਹੀਂ। ਇੱਥੋਂ ਇੱਕ ਗੱਲ ਹੋਰ ਸਾਹਮਣੇ ਨਹੀਂ ਨਿਕਲ ਕੇ ਆ ਰਹੀ ਇਹਦੇ ਵਿੱਚੋਂ ਹੀ, ਬਈ ਇਹਨਾਂ ਲੀਡਰਾਂ ਨੇ ਜਾਂ ਕੁਝ ਰਾਜਨੀਤਿਕ ਲੋਕਾਂ ਨੇ ਜੋ ਸਰਪੰਚ ਵੀ ਬਣਾਏ ਆ, ਜਿੱਥੇ ਜ਼ਿਆਦਾ ਜ਼ਮੀਨਾਂ ਵੀ ਉੱਥੇ ਯਾਰ ਅਨਪੜ੍ਹ ਸਰਪੰਚ ਬਣਵਾ ਦਿਓ ਤੇ ਬਾਅਦ ਦੇ ਵਿੱਚ ਆਪਾਂ ਕਬਜ਼ਾ ਇਸ ਤਰ੍ਹਾਂ ਕਰਾਂਗੇ। ਇੱਧਰ ਧਿਆਨ ਦਿਓ ਜੀ, ਆ ਗੱਲ ਸਾਹਮਣੇ ਮੜੀ ਜੀ, ਇੱਧਰ ਧਿਆਨ ਦਿਓ ਜੀ। 30-30 40-40 ਲੱਖ ਦਾ ਰੇਤਾ ਰੋਜ਼ ਪੱਟਿਆ ਜਾਂਦਾ ਸੀ। ਆਹ ਲੋਕਾਂ ਨੇ ਇਕੱਠੇ ਹੋ ਕੇ ਡੀਸੀ ਕੋਲੇ ਗਏ। ਇਸੇ ਡੀਸੀ ਲੁਧਿਆਣੇ ਦਾ ਕਹਿਣਾ ਸੀ ਕਿ ਇਸ ਬਾਬਤ ਮੇਰੇ ਨਾਲ ਗੱਲ ਨਾ ਕਰੋ, ਤੇ ਤੁਸੀਂ ਉਸੇ ਡੀਸੀ ਕੋਲ ਸਾਨੂੰ ਲਿਜਾਣ ਨੂੰ ਫਿਰਦਾ, ਸਾਡੀ ਸੁਣੂ ਕੌਣ? ਮੈਡਮ ਖੜੇ ਆ ਜੀ ਨਾਲ ਤੁਹਾਡੇ, ਤੁਸੀਂ ਸਾਈਨ ਕਿਉਂ ਕੀਤੇ ਸੀ? ਇਹਨਾਂ ਨੂੰ ਵੀ ਪਤਾ ਲੱਗੇ ਜੀ, ਦੱਸਿਓ। ਸ਼ਾਇਦ ਹਮ ਤਾਂ ਕਹਿੰਦੇ ਵੀ ਇਹਨਾਂ ਪਾਰਕਾਂ ਬਣਾਉਣੀਆਂ ਕਰਕੇ। ਪੰਚਾਇਤ ਸਾਨੂੰ ਇਹੀ ਕਹਿੰਦੀ ਰਹੀ ਤੇ ਪੰਚਾਇਤ ਮਹਿਕਮਾ ਵੀ ਜ਼ਮੀਨ ਕਿਤੇ ਨਹੀਂ ਜਾਂਦੀ, ਜ਼ਮੀਨ ਕਿਤੇ ਨਹੀਂ ਜਾਂਦੀ। ਪਰ ਹੁਣ ਐਂ ਲੱਗਦਾ ਵੀ ਜ਼ਮੀਨ ਰਹਿਣੀ ਨਹੀਂ। ਮੀਡੀਆ ਖਬਰਾਂ ਮੁਤਾਬਕ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜਨ ਦੀ ਗੱਲ ਕਹੀ ਗਈ ਕਿ ਮੱਤੇਵਾੜਾ ਦੀ 1000 ਏਕੜ ਜੰਗਲਾਂ ਦੀ ਥਾਂ ਉੱਥੇ ਜੋ ਇੰਡਸਟਰੀਅਲ ਪਾਰਕ ਬਣਾਇਆ ਜਾਵੇਗਾ, ਪਰ ਬਾਅਦ ਦੇ ਵਿੱਚ ਡੀਸੀ ਨੇ ਕਲੀਅਰ ਕੀਤਾ ਕਿ ਉਹ ਜੰਗਲ ਨਹੀਂ ਜੀ, ਉਹ ਤੇ ਪੰਚਾਇਤ ਦੀ ਜ਼ਮੀਨ ਨੂੰ ਅਕਵਾਇਰ ਕਰ ਰਹੇ ਆ। ਤੇ ਸੇਖੋਵਾਲਾ ਪਿੰਡ ਹੈਗਾ, ਸੇਖੋਵਾਲ, ਇਹ ਜੀ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ। ਤੇ ਇਹ ਜੋ ਜਗ੍ਹਾ ਤੁਸੀਂ ਵੇਖ ਰਹੇ ਹੋ, ਇਸ ਸਾਈਡ ਵੀ ਜੋ ਕੈਮਰੇ ਦੀ ਸਕਰੀਨ ਦੇ ਉੱਤੇ ਦੇਖ ਰਹੇ ਹੋ, ਤੇ ਇੱਧਰ ਜੋ ਆਪਣੀ ਸਕਰੀਨ ਦੇ ਉੱਤੇ ਤੁਸੀਂ ਜਗ੍ਹਾ ਦੇਖ ਰਹੇ ਹੋ, ਇਸ ਜਗ੍ਹਾ ਨੂੰ ਇਹਦਾ 450 ਕਿੱਲਾ ਅਕਵਾਇਰ ਕਰਨ ਦੀ ਗੱਲ ਆਖੀ ਗਈ ਹੈ। ਪਰ ਇੱਥੇ ਵੱਡੀ ਗੱਲ ਇਹ ਹੈ ਕਿ ਪੰਚਾਇਤ ਨੇ ਇਸ ਮਤੇ ਉੱਤੇ ਸਾਈਨ ਕੀਤੇ ਨੇ। ਕਿਉਂ ਕੀਤੇ ਨੇ, ਕਿਸ ਤਰ੍ਹਾਂ ਕੀਤੇ ਗਏ ਨੇ, ਉਹ ਅਸੀਂ ਪਿੰਡ ਵਾਸੀ ਹੈਗੇ ਨੇ। ਸੇਖੋਵਾਲ ਦੀ ਹੋ ਜੀ ਤੁਸੀਂ? ਹਾਂਜੀ, ਪਿੰਡ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਸ਼ਮੀਰਾ ਸਿੰਘ ਜੀ। ਕਸ਼ਮੀਰਾ ਸਿੰਘ ਜੀ, ਇਹ ਮਤਾ ਪਾਸ ਕੀਤਾ ਗਿਆ, ਹਾਲਾਂਕਿ ਲੋਕ ਵਿਰੋਧ ਵੀ ਕਰ ਰਹੇ ਆ ਜੀ, ਤੁਸੀਂ ਪੰਚਾਇਤ ਨੇ ਪਾਸ ਕੀਤਾ, ਇਹਨੂੰ ਕਿਉਂ ਸਾਈਨ ਕੀਤੇ ਆ ਜੀ? ਇਹ ਪੰਚਾਇਤ ਨੇ ਜੀ ਸਾਨੂੰ ਪਿੰਡ ਨੂੰ ਨਾਲ ਸਲਾਹ ਕੀਤੀ ਹੁੰਦੀ ਤੇ ਅਸੀਂ ਕਦੇ ਵੀ ਨਹੀਂ ਸੀ ਪੰਚਾਇਤ ਨੂੰ ਕਰਨ ਦਿੰਦੇ। ਅੱਛਾ ਜੀ। ਇਹ ਪਿੰਡ ਪੰਚਾਇਤ ਨੂੰ ਉੱਥੇ ਬੁਲਾ ਲਿਆ ਗਿਆ, ਉੱਥੇ ਜਾ ਕੇ ਕਹਿੰਦੇ ਯਾ ਮਤਾ ਪਾਇਆ ਪਿਆ, ਸਾਈਨ ਕਰ ਦਿਓ। ਤੇ ਪੰਚਾਇਤ ਨੇ ਪਤਾ ਨਹੀਂ ਕੀ ਸੋਚ ਕੇ ਤੇ ਸਾਈਨ ਕੀਤੇ ਆ, ਚਾਹੇ ਲਾਲਚ ਨਾਲ ਕੀਤੇ ਹੋਣ, ਚਾਹੇ ਦਬਾਅ ਨਾਲ ਕੀਤੇ ਹੋਣ, ਤੇ ਚਾਹੇ ਆਪਦੀ ਮਰਜ਼ੀ ਨਾਲ ਕੀਤੇ ਹੋਣ। ਅਸੀਂ ਇਸ ਬਾਰੇ ਨਹੀਂ ਪੰਚਾਇਤ ਬਾਰੇ ਜਾਣਦੇ, ਪਰ ਸਾਨੂੰ ਐਂ ਲੱਗਦਾ ਵੀ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ, ਸਾਨੂੰ ਉਜਾੜਨ ਦੇ ਤੇ ਜਾਣੀ ਮਾਰ ਦੇਣ ਵਾਲੀ ਗੱਲ ਬਾਤ ਹੋ ਗਈ ਆ। ਇਹ ਇੱਕ ਵਾਰ ਦੀ ਗੱਲ ਹੈ, ਮੇਰਾ ਖਿਆਲ ਸੇਖੋਵਾਲ ਪਿੰਡ ਹੀ ਸੀ, ਸੁਖਬੀਰ ਬਾਦਲ ਨੇ ਵੀ ਇੱਥੇ ਕੋਈ ਇੰਡਸਟਰੀ ਲਗਾਉਣੀ ਸੀ ਜੀ ਜਾਂ ਕੁਝ ਕਰਨਾ ਸੀ? ਨਹੀਂ, ਸੁਖਬੀਰ ਬਾਦਲ ਇੱਥੇ ਪੁੱਲ ਆਇਆ, ਨਿਗਾਹ ਮਾਰ ਕੇ ਗਿਆ ਇੱਕ ਵਾਰੀ, ਉਹਨੇ ਹਾਂ ਲਾਉਣੀ ਸੀ ਜੀ ਇੰਡਸਟਰੀ। ਉਹਨਾਂ ਨੇ ਸੁਖਬੀਰ ਬਾਦਲ ਨੇ ਉਹਦੇ ਖਿਲਾਫ ਵੀ ਤੁਸੀਂ ਸੰਘਰਸ਼ ਲੜਿਆ ਸੀ? ਸੰਘਰਸ਼ ਲੜਿਆ ਸੀ ਜੀ। ਉਹਨੇ ਰੇਸ ਕੋਰਸ ਬਣਾਉਣਾ ਸੀ, ਉਹਨਾਂ ਨੇ ਰੇਸ ਕੋਰਸ ਲਈ ਪਹਿਲਾਂ ਅਕਾਲੀ ਸਰਕਾਰ ਨੇ ਕੀਤਾ ਸੀ ਇਹ, ਤੇ ਉਦੋਂ ਵੀ ਅਸੀਂ ਸੰਘਰਸ਼ ਲੜਿਆ, ਪਰ ਨਹੀਂ ਅਸੀਂ ਕਰਨ ਦਿੱਤਾ। ਪਰ ਹੁਣ ਵੀ ਅਸੀਂ ਸੰਘਰਸ਼ ਲੜਾਂਗੇ। ਉਦੋਂ ਨਹੀਂ ਕਰਨ ਦਿੱਤਾ, ਪਰ ਹੁਣ ਤੇ ਮਤੇ ਦੇ ਉੱਤੇ ਆਪ ਸਾਈਨ ਕੀਤੇ ਆ ਜੀ। ਹੁਣ ਮਤੇ ਉੱਤੇ ਸਾਈਨ ਕੀਤੇ ਆ,
ਹੁਣ ਇਹ ਪਤਾ ਨਹੀਂ ਕਿਹੜੇ ਕਿਸੇ ਢੰਗ ਤਰੀਕੇ ਨਾਲ ਕਰ ਆਇਆ, ਡਰ ਨਾਲ ਕਰ ਆਇਆ ਕਿ ਚਾਹੇ ਖੁਸ਼ੀ ਨਾਲ ਕਰ ਆਇਆ ਤੇ ਜਾਂ ਕਿਸੇ ਧਮਕੀ ਨਾਲ ਕਰ ਆਇਆ। ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਦਾ ਵੀ ਪੰਚਾਇਤ ਇਹ ਕੰਮ ਕਰ ਰਹੀ ਹੈ ਜਿਹੜਾ ਤੁਹਾਡੇ ਮੁਤਾਬਿਕ ਤੁਹਾਡੇ ਵਿਰੋਧ ਦੇ ਵਿੱਚ ਹੈ? ਸਾਡੀ ਜਦੋਂ ਪੰਚਾਇਤ ਦੀ ਬੋਲੀ ਹੁੰਦੀ ਸੀ ਜੀ, ਤੇ ਬੋਲੀ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਸਾਡੀ ਜ਼ਮੀਨ ਤੇ ਐਤਕੀ ਸਾਨੂੰ ਰੋਕਿਆ ਗਿਆ ਵੀ ਜ਼ਮੀਨ ਦੀ ਬੋਲੀ ਨਹੀਂ ਹੋਣੀ, ਇੱਥੇ ਇੰਡਸਟਰੀ ਲੱਗੂਗੀ ਜੀ ਤੇ ਵਿਹਲੀ ਰੱਖੀ ਜਾਵੇ। ਫਿਰ ਬਾਅਦ ਇਸ ਕਰਕੇ ਸਾਨੂੰ ਪਤਾ ਲੱਗ ਗਿਆ ਸੀ, ਹੌਲੀ ਹੌਲੀ ਕਰਦੇ ਇੱਥੇ ਤੱਕ ਪਹੁੰਚ ਗਏ ਆ ਹੁਣ ਵੀ। ਪਰ ਸਾਨੂੰ ਐ ਲੱਗਦਾ ਵੀ ਇਹ ਤਾਂ ਉਧਰ ਸਰਕਾਰਾਂ ਗਰਮ ਹੋਈ ਜਾਂਦੀਆਂ, ਸਰਕਾਰਾਂ ਪਿਛਲੇ ਕੈਬਨਿਟ ਵਿੱਚ ਕਰਤੀ, ਥੋੜੀ ਜਿਹੇ ਦਿਨ ਹੋਏ ਆ ਪਾਸ ਕਰਤਾ ਤੇ ਸਾਨੂੰ ਹੋਰ ਡਰ ਪੈਦਾ ਹੋ ਗਿਆ। ਪੰਚਾਇਤ ਸਾਨੂੰ ਇਹੀ ਕਹਿੰਦੀ ਰਹੀ ਤੇ ਪੰਚਾਇਤ ਮਹਿਕਮਾ ਵੀ ਜ਼ਮੀਨ ਕਿਤੇ ਨਹੀਂ ਜਾਂਦੀ, ਪਰ ਹੁਣ ਐਂ ਲੱਗਦਾ ਵੀ ਜ਼ਮੀਨ ਰਹਿਣੀ ਨਹੀਂ। ਜੇ ਜ਼ਮੀਨ ਰਹਿਣੀ ਨਹੀਂ ਤੇ ਅਸੀਂ ਇੱਥੇ ਰਹਿ ਕੇ ਕੀ ਕਰਨਾ? ਸਾਡੀ ਤੇ ਰੋਜੀ ਰੋਟੀ ਇਹੀ ਆ। ਫਿਰ ਅਸੀਂ ਇਹਦਾ 30 ਸਾਲ ਅਸੀਂ ਕੇਸ ਲੜਿਆ ਇਸ ਜ਼ਮੀਨ ਦਾ ਪੰਚਾਇਤ ਦੀ ਬਣਾਉਣ ਵਾਸਤੇ। ਅਸੀਂ ਸੰਨ 66 ਦੇ ਬੈਠੇ ਆ ਜੀ ਇੱਥੇ। ਅੱਛਾ ਜੀ। 66 ਅੰਮ੍ਰਿਤਸਰ ਤੋਂ ਆ ਗਏ। ਲਾਲ ਬਹਾਦਰ ਸ਼ਾਸਤਰੀ ਨੇ ਜਦੋਂ ਕੀਤਾ ਸੀ ਨਾ ਕੰਮ ਵੀ ਜਿੱਥੇ ਜ਼ਮੀਨਾਂ ਮਿਲਦੀਆਂ ਉੱਥੇ ਪੱਟੋ ਤੇ ਆਪਣੀ ਰੋਜੀ ਰੋਟੀ ਕਮਾਓ, ਅਸੀਂ ਰੋਜੀ ਰੋਟੀ ਕਮਾਉਣ ਲਈ ਅੰਮ੍ਰਿਤਸਰ ਤੋਂ ਉੱਠ ਕੇ ਇੱਥੇ ਜ਼ਮੀਨ ਆ ਕੇ ਆਬਾਦ ਕੀਤੀ। ਆਬਾਦ ਕਰਨ ਤੋਂ ਬਾਅਦ ਇੱਥੇ ਗਵਰਨਮੈਂਟ ਇੱਕ ਦੇ ਕੁਝ ਨੁਮਾਇੰਦਿਆਂ ਨੇ ਇੱਥੇ ਫਾਰਮ ਖੋਲ੍ਹਤਾ ਜੀ ਆ ਕੇ ਨਜਾਇਜ਼ ਤੌਰ ਤੇ ਹੀ ਸਾਨੂੰ ਡਰਾਇਆ ਧਮਕਾਇਆ। ਫਿਰ 86 ਵਿੱਚ ਸਾਡੇ ਹੱਕ 'ਚ ਹੋਈ ਪੰਚਾਇਤ, ਮਤਾ ਪੈ ਗਿਆ ਵੀ ਪੰਚਾਇਤ ਦੀ ਜ਼ਮੀਨ ਆ। ਫਿਰ ਅਸੀਂ ਕੇਸ ਉਦੋਂ ਤੋਂ ਲਾ ਕੇ ਤੇ ਪਿਛਲੇ 14 ਤੱਕ ਅਸੀਂ ਕੇਸ ਲੜਿਆ ਸੁਪਰੀਮ ਕੋਰਟ ਤੋਂ, ਆਪਣੇ DDPO ਤੋਂ ਲਾ ਕੇ ਸੁਪਰੀਮ ਕੋਰਟ ਤੱਕ ਕੇਸ ਲੜ ਕੇ ਫਿਰ ਇਹ ਪੰਚਾਇਤ ਦੀ ਜ਼ਮੀਨ ਬਣਾਈ ਆ। ਪੰਚਾਇਤ ਦੀ ਜ਼ਮੀਨ ਬਣਾਈ, ਠੀਕ ਹੈ। ਤੁਹਾਨੂੰ ਕੀ ਲੱਗਦਾ ਹੁਣ ਤੁਹਾਨੂੰ ਇਹ, ਕਿਉਂਕਿ ਸਰਪੰਚ ਤੇ ਪਿੰਡ ਦੇ ਲੋਕ ਚੁਣਦੇ ਹੁੰਦੇ ਆ ਜਾਂ ਫਿਰ ਸਰਬਸੰਮਤੀ ਨਾਲ ਬਣਾ ਦਿੰਦੇ ਆ ਵੀ ਇੱਕ ਅਨਪੜ੍ਹ ਸਰਪੰਚ, ਤੁਸੀਂ ਕਹਿੰਦੇ ਇਹਦਾ ਕਾਰਨ ਇਹ ਵੀ ਹੋ ਸਕਦਾ ਸਰਪੰਚ ਦੀ ਅਨਪੜ੍ਹਤਾ ਹੈ, ਬਈ ਉਹਨੂੰ ਨਹੀਂ ਪਤਾ ਲੱਗਿਆ ਤੇ ਗਲਤ ਗਾਈਡ ਕਰਕੇ ਉੱਤੇ ਸਾਈਨ ਕਰਵਾ ਲੇ। ਵੀ ਸਾਨੂੰ ਪਿੰਡ ਵਾਲਿਆਂ ਨੂੰ ਪੜ੍ਹੇ ਲਿਖੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ, ਇਹ ਮੰਨਦੇ ਹੋ ਹੁਣ ਤੁਸੀਂ? ਹਾਂ ਅਜੀ ਇਹ ਪੱਕੀ ਗੱਲ ਅਸੀਂ ਮੰਨਦੇ ਹਾਂ ਜੀ। ਅਸੀਂ ਇਹ ਗੱਲ ਮੰਨਦੇ ਵੀ ਅਨਪੜ੍ਹ ਬੰਦੇ ਨੂੰ ਸਰਪੰਚ ਬਣਨਾ ਵੀ ਮਾਂ ਬਾਪ ਆ ਜੀ। ਇਹ ਇੱਕ ਪਿੰਡ ਅਜਾੜੂ ਮੁੱਦਾ ਬਣ ਜਾਂਦਾ ਹੈ ਜੀ। ਹਾਂਜੀ। ਤੇ ਬਾਪੂ ਜੀ ਤੁਸੀਂ ਵੀ ਇਸੇ ਪਿੰਡ ਦੇ ਹੋ ਜੀ? ਹਾਂਜੀ, ਇੱਥੇ ਪਿੰਡ ਦੇ। ਪਹਿਲਾਂ ਵੀ ਸੰਘਰਸ਼ ਲੜਿਆ ਜੀ ਤੇ ਹੁਣ ਵੀ ਲੜਨਾ ਪੈਣਾ ਕਹਿੰਦੇ? ਹੁਣ ਲੜਨਾ ਪੈਣਾ ਜੀ। ਲੜੋਗੇ ਫਿਰ? ਲੜਾਂਗੇ। ਨੌਜਵਾਨ ਨਾਲ ਨੇ ਜੀ? ਨਾਲ ਹੀ ਆ, ਨਾਲੇ ਨੌਜਵਾਨ ਲੜਾਂਗੇ। ਹਾਂਜੀ। ਤੇ ਜਦੋਂ ਇਹ ਫੈਸਲੇ ਦਾ ਪਤਾ ਲੱਗਦਾ ਉਦੋਂ ਲੁੱਟੇ ਮਹਿਸੂਸ ਕੀਤਾ? ਹਾਂ, ਉਦੋਂ ਤਾਂ ਬਿਲਕੁਲ ਮਰੇ ਲੱਗਦੇ ਆ ਫਿਰ ਤੇ। ਪਹਿਲਾਂ ਇਸ ਜ਼ਮੀਨ ਦੇ ਉੱਤੇ ਕੀ ਕਰਦੇ ਸੀਗੇ ਤੁਸੀਂ? ਇਹ ਜੋ ਪੰਚਾਇਤੀ ਜ਼ਮੀਨ ਹੈ ਹੁਣ ਇਹ ਖੇਤੀ ਵਗੈਰਾ ਵੀ ਇਹ ਪੰਚਾਇਤੀ ਜ਼ਮੀਨ ਹੈ ਜੀ? ਹਾਂਜੀ, ਇਹ ਪੰਚਾਇਤੀ ਜ਼ਮੀਨ। ਤੇ ਕਹਿੰਦੇ ਜੀ ਇੰਡਸਟਰੀ ਲਾਉਣੀ ਤੇ ਇੰਡਸਟਰੀ ਦਾ ਹੀ ਕੰਮ ਕਰ ਰਹੀ ਹੈ ਹੁਣ ਵੀ ਤਾਂ ਜ਼ਮੀਨ ਹੈ, ਕਿਉਂਕਿ ਆਮਦਨ ਤਾਂ ਦੇ ਹੋ ਰਹੀ ਹੈ। ਆਮਦਨ ਦੇ ਰਹੀ ਸਰਕਾਰ ਨੂੰ, ਆਮਦਨ ਜਾ ਰਹੀ ਹੈ ਜੀ ਇਹਦੀ। ਹਾਂ ਹਾਂਜੀ। ਸੋ ਬਿਲਕੁਲ ਅਸੀਂ ਤੁਹਾਨੂੰ ਜਿਹੜੇ ਸਰਪੰਚ ਹੈਗੇ ਨੇ ਪਿੰਡ ਦੇ, ਲੇਡੀ ਸਰਪੰਚ ਨੇ, ਸੋ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਦੇ ਆਪਾਂ। ਸਤਿ ਸ੍ਰੀ ਅਕਾਲ ਜੀ। ਕਰਤੀ ਬਸ। ਹਾਂਜੀ ਜੀ, ਕੀ ਨਾਮ ਹੈ ਜੀ ਤੁਹਾਡਾ? ਮੈਂ ਇਹ ਹੋਰ ਚੈਨਲ ਹੈ ਜੀ ਇਹ। ਨਾਮ ਕੀ ਤੁਹਾਡਾ? ਨਾਮ ਕੀ ਤੁਹਾਡਾ? ਅਮਰੀਕ ਕੌਰ। ਅਮਰੀਕ ਕੌਰ ਜੀ, ਇਹ ਪਿੰਡ ਵਾਸੀ ਕਹਿੰਦੇ ਆ ਵੀ ਜਿਹੜਾ ਮਤਾ ਤੁਸੀਂ ਸਾਈਨ ਕੀਤੇ ਆ ਵੀ ਉਹ ਗਲਤ ਹੈ ਜੀ। ਹੁਣ ਉਦੋਂ ਤੁਹਾਨੂੰ ਪਤਾ ਸੀ ਵੀ ਜਿਸ ਮਤੇ ਦੇ ਉੱਤੇ ਸਾਈਨ ਕਰਵਾਏ ਗਏ ਆ ਜੀ ਵੀ ਇੱਥੇ ਇੰਡਸਟਰੀ ਲੱਗਣੀ ਆ ਜਾਂ 450 ਕਿੱਲਾ ਪੰਚਾਇਤ ਦੀ ਜ਼ਮੀਨ ਲੈ? 400 ਕਿੱਲਾ ਨਹੀਂ, ਉਹਨਾਂ ਨੇ ਕਿਹਾ 200 ਕਿੱਲੇ ਦਾ ਕਹਿ ਕੇ ਹਾਈ ਸਾਈਨ ਤੇ ਕਰਵਾਏ। 200 ਕਿੱਲਾ ਵੀ ਦੇਣਾ ਠੀਕ ਹੈ, ਜਾਇਜ਼ ਗੱਲ ਹੈ ਜੀ? ਪਿੰਡ ਦੇ ਮੁਤਾਬਿਕ ਪਿੰਡ ਦੇ ਹਿੱਤ ਦੀ ਗੱਲ ਸੀ ਉਹ? ਨਹੀਂ ਉਹ ਪਿੰਡ ਵਾਲੇ ਵੀ ਤਾਂ ਕਹਿੰਦੇ ਸੀ ਵੀ ਚੱਲ ਜੇ ਅੱਧੀ ਲੈ ਲੈਣਗੇ ਤਾਂ ਅੱਧੀ ਪਿੰਡ ਨੂੰ ਦੇ ਦੇਣਗੇ। ਹਾਂਜੀ। ਅੱਛਾ ਜੀ। ਭਾਈ ਸਾਹਿਬ ਸਾਨੂੰ ਜੀ, ਤੇ 200 ਕਿੱਲੇ ਦਾ ਕਹਿ ਕੇ ਉਹਨਾਂ ਨੇ ਮਤਾ ਪਵਾਇਆ। ਇਹ ਕਹਿੰਦੇ 200 ਕਿੱਲੇ ਦਾ ਕਹਿ ਕੇ ਮਤਾ ਪਵਾਇਆ ਤੇ ਪਿੰਡ ਸਹਿਮਤ ਸੀ 200 ਕਿੱਲਾ ਦੇਣ ਨਹੀਂ ਨੂੰ? 200 ਕਿੱਲੇ ਨੂੰ ਵੀ ਅਸੀਂ ਰਾਜੀ ਨਹੀਂ ਸੀ ਹੈਗੇ। ਅਸੀਂ ਕਹਿੰਦੇ ਸੀ ਅਸੀਂ ਤੇ ਉਹ ਸਾਨੂੰ ਜਦੋਂ ਮੱਤੇ ਵਾਲੇ ਸੱਦ ਕੇ ਮੀਟਿੰਗ ਬੁਲਾਈ ਆ, ਉਹ ਕਹਿੰਦੇ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ, ਜੇ ਤੁਹਾਡਾ ਦਿਲ ਕਰਦਾ ਤੇ ਦਿਓ, ਦਿਲ ਕਰਦਾ ਨਾ ਦਿਓ। ਹੁਣ ਇਹਨਾਂ ਦਾ ਪਤਾ ਨਹੀਂ ਪੰਚਾਇਤ ਦਾ ਕਿਹੜੇ ਵੇਲੇ ਕਿੱਦਾਂ ਦਿਲ ਕਰ ਆਇਆ। ਕਿੱਦਾਂ ਕਰ ਰਿਹਾ ਜੀ ਦਿਲ ਤੁਹਾਡਾ? ਇਹ ਕਹਿੰਦੇ ਕਰਦਾ ਨਹੀਂ ਸੀ ਸਾਡਾ ਦਿਲ ਆਹੀ ਕਿਤੇ ਉਹਨਾਂ ਕੋਲ ਕੁਛ ਲੈ ਲਿਆ ਵੀ ਜਾਂ ਉਹਨਾਂ ਨੇ ਕੁਛ ਲੈ ਲਿਆ। ਨਹੀਂ ਚਲੋ ਇਹ ਲਿਆ ਨਹੀਂ ਜੀ, ਪਰ ਨਹੀਂ ਸਾਡੇ ਹੀ ਨੌਜਵਾਨਾਂ ਦੇ ਲਈ ਘਾਤਕ ਫੈਸਲਾ ਦੱਸ ਰਹੇ ਆ ਨਾ ਜੀ ਇਹ, ਕਿਉਂਕਿ ਜ਼ਮੀਨ ਤਾਂ ਹੁਣ ਵੀ ਆਮਦਨ ਦੇ ਰਹੀ ਸੀ ਤੁਹਾਡੀ। ਇਹ ਤਾਂ ਰਹੀ ਹੁਣ ਸਾਰੇ ਨਾਲ ਹੀ ਆ। ਤੇ ਤੁਸੀਂ ਸਰਪੰਚ ਬਣੇ ਸੀ, ਤੁਹਾਨੂੰ ਕੋਈ ਨਾ ਕੋਈ ਨੌਲੇਜ ਸੀਗੀ ਜਾਂ ਤੁਹਾਨੂੰ ਲੱਗਿਆ ਵੀ ਮੈਂ ਸਰਪੰਚ ਬਣਨ ਦੇ ਕਾਬਿਲ ਆ, ਮੈਂ ਲੋਕਾਂ ਦੇ ਹਿੱਤ ਦੇ ਫੈਸਲੇ ਕਰਾਂਗੀ, ਪਰ ਇਹ ਤਾਂ ਲੋਕ ਵਿਰੋਧੀ ਦੱਸ ਰਹੇ ਆ ਜਿਹਦੇ ਤੇ ਮੋਹਰ ਲਾ ਦਿੱਤੀ ਤੁਸੀਂ? ਵਿਰੋਧੀ ਤੁਹਾਨੂੰ ਪਤਾ ਹੀ ਆ ਕਿ ਪਿੰਡਾਂ ਦੇ ਤੇ ਵਿੱਚ। ਜਦੋਂ ਤੁਸੀਂ ਕਹਿੰਦੇ ਜੀ ਮੈਂ ਅਨਪੜ੍ਹ ਆ, ਮੈਨੂੰ ਨਹੀਂ ਪਤਾ ਲੱਗਿਆ, ਫਿਰ ਇਹ ਵੀ ਤੁਸੀਂ ਮੰਨਦੇ ਹੋ ਵੀ ਸਾਨੂੰ ਸਰਪੰਚੀ ਦੇ ਵਿੱਚ ਅੱਗੇ ਨਹੀਂ ਆਉਣਾ ਚਾਹੀਦਾ? ਜਿਹੜੇ ਪੜ੍ਹੇ ਲਿਖੇ ਆ ਉਹਨਾਂ ਦੇ ਵੱਸ ਦਾ ਕੰਮ ਹੈ ਇਹ, ਅਨਪੜ੍ਹ ਬੰਦਿਆਂ ਦਾ ਨਹੀਂ ਹੈ ਜੀ। ਇਹ ਮੰਨਦੇ ਹੋ ਹੁਣ ਤੁਸੀਂ? ਨਹੀਂ ਮੈਂ ਤਾਂ ਜਿੰਨਾ ਚਿਰ ਹੈਗੀ ਮੈਂ ਤਾਂ ਕਰੂੰਗੀ, ਮੈਂ ਸਾਥ ਦਊਂਗੀ ਨਾਲ। ਮੈਂ ਥੋੜਾ ਪਿਓ ਸਰਪੰਚੀ ਦੇ ਦੂੰ ਕਿਸੇ ਨੂੰ। ਨਹੀਂ ਸਰਪੰਚੀ ਤੁਸੀਂ ਨਾ ਦਿਓ ਜੀ, ਪਰ ਜਿਹੜਾ ਫੈਸਲਾ ਤੁਸੀਂ ਲੈ ਚੁੱਕੇ ਹੋ ਇਹ ਤਾਂ ਮੰਨਦੇ ਹੋ ਵੀ ਤੁਹਾਡੀ? ਵੀ ਚਲੋ ਸਹਿਮਤ ਨਾਲ, ਸਾਰੇ ਪਿੰਡ ਦੇ ਨਾਲ ਸਹਿਮਤ ਹੋ ਕੇ ਜੋ ਵੀ ਹੋਊਗਾ ਕਰਾਂਗੇ।
ਨਾਲ ਖੜੇ ਹੋ ਜੀ ਪਿੰਡ ਵਾਲਿਆਂ ਦੇ? ਖੜੇ ਆ ਨਾਲ। ਚਲੋ ਜੀ, ਇਹ ਸਰਪੰਚ ਹੀ ਨਹੀਂ ਦੇ ਸਕਦੇ, ਪਿੰਡ ਦੀ ਜ਼ਮੀਨ ਤੇ ਪਿੰਡ ਦੇ ਸਕਦੇ ਆ। ਕਿਉਂ ਦੇ ਸਕਦੇ ਆ ਪਿੰਡ? ਐਵੇਂ ਦੇ ਸਕਦੇ ਪਿੰਡ? ਹਾਂ ਇਹ ਜਬ ਤੋਂ ਜ਼ਿਆਦਾ ਵਿਰੋਧੀਆਂ ਨਾਲੇ ਦੇ ਰਿਹਾ ਮੇਰਾ। ਵਿਰੋਧ ਤਾਂ ਨਹੀਂ, ਵਿਰੋਧ ਨਹੀਂ, ਮਤਲਬ ਕਿ ਜਿਹੜਾ ਸਰਪੰਚੀ ਦੇ ਕਾਬਲ ਹੀ ਦੇਖੋ ਜੀ, ਨਹੀਂ। ਇੱਥੇ ਲੋਕ ਸਮਾਜ ਸੇਵੀ ਲੋਕ ਆਏ ਨੇ, ਇਹ ਵੀ ਦੱਸ ਰਹੇ ਆ ਵੀ ਇਹ ਜਿਹੜਾ ਸਮਾਜ ਵਿਰੋਧੀ ਹੈ। ਨਹੀਂ ਨਹੀਂ, ਇਹ ਵੀ ਦੱਸ ਰਹੇ ਆ ਨਾ ਜੀ, ਇਹ ਨੌਜਵਾਨ ਹੈ ਜੀ, ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਸਹੀ ਫੈਸਲਾ ਕੀਤਾ ਜੀ। ਸਰ ਫੈਸ ਤੁਸੀਂ ਪੰਚਾਇਤ ਮੈਂਬਰ ਹੋ, ਹੁਣ ਫੈਸਲਾ ਹੁਣ ਬਾਈ ਜੀ ਇਮਾਨਦਾਰੀ ਨਾਲ ਦੱਸੋ, ਨੌਜਵਾਨ ਹੋ ਤੁਸੀਂ। ਬਿਲਕੁਲ ਜੀ, ਮੈਂ ਨਹੀਂ ਪੰਚਾਇਤ ਮੈਂਬਰ, ਮੇਰੇ ਘਰ ਵਾਲੀ ਪੰਚਾਇਤ ਮੈਂਬਰ ਹੈ ਜੀ। ਚਲੋ ਠੀਕ ਹੈ ਜੀ। ਪਹਿਲੀ ਗੱਲ ਤਾਂ ਉਹ ਨਾਲ ਨਹੀਂ ਗਈ, ਉਹ ਨਾਲ ਨਹੀਂ ਹੈ ਇਸ ਫੈਸਲੇ ਦੇ, ਉਹ ਫੈਸਲੇ ਦੇ ਨਾਲ ਹੀ ਨਹੀਂ ਗਈ ਜਿੱਦਣ ਮਤਾ ਗਏ ਨਹੀਂ ਉਹ। ਅੱਛਾ, ਹਾਂਜੀ, ਜੇ ਉਹ ਠੀਕ ਹੈ। ਨਾਲ ਨਹੀਂ ਗਏ ਤਾਂ ਇਹ ਸਰਦਾਰ ਕਹਿੰਦੇ ਇਹਨਾਂ ਦੇ ਸਾਈਨ ਨੇ, ਮੇਰੇ ਸਾਈਨ ਕਿਵੇਂ ਹੋ ਸਕਦੇ ਆ ਜੀ? ਪਹਿਲਾਂ ਤਾਂ ਇਹਨਾਂ ਨੂੰ ਪੁੱਛੋ। ਭਾਵੇਂ ਕਿਤੇ ਕੀਤੀ ਆ, ਤੇਰੇ ਘਰ ਵਾਲਿਆਂ ਨੇ ਕੀਤੇ ਹੀ ਆ ਨਾ, ਤੇ ਨਾਲ ਕੀ ਕਰਨ ਗਿਆ ਸੀ? ਘਰ ਵਾਲੀ ਨੇ ਕੀਤੇ ਜੀ? ਨਹੀਂ ਜੀ, ਸਾਈਨ ਨਹੀਂ ਕੀਤੇ ਕਿਸੇ ਨੇ ਵੀ, ਨਾ ਤਾਂ ਘਰ ਵਾਲੀ ਨੇ ਕੀਤੇ, ਨਾ ਕੀਤੇ ਮੈਂ ਸਾਈਨ। ਇੱਕ ਮਿੰਟ, ਠੀਕ ਆ। ਇਹਨਾਂ ਕੀਤੇ ਆ ਸੈਨ। ਕਿਹਨੇ ਕੀਤੇ ਆ ਜੀ? ਇਹਨਾਂ ਨੇ। ਇਹਨਾਂ ਦੇ ਘਰ ਵਾਲੀ ਨੇ। ਨਹੀਂ, ਘਰ ਵਾਲੀ ਗਈ ਨਹੀਂ ਜੀ, ਸਾਈਨ ਕੀਤੇ ਨਹੀਂ ਅਸੀਂ। ਠੀਕ ਆ ਜੀ। ਜਦੋਂ ਉਹਨਾਂ ਨੇ ਮਤਾ ਦੱਸਿਆ ਵੀ 400 ਜੀ ਜੀ ਜੀ, ਨਾਲ ਕਹੀ ਸਾਈਨ ਹੋਏ ਵੇ, ਯਾਰ ਨਾਲ ਨਹੀਂ ਗਈ, ਮੈਂ ਕਿੱਦਾਂ ਕਹਿ ਮੈਂ ਨਾਲ ਗਈ ਆ? ਫਿਰ ਮਤੇ 'ਚ ਵੇਖ ਲਈ ਆਪਣੇ ਘਰ। ਆਹੋ, ਇਹ ਫਿਰ ਆਪਣੇ ਆਪ ਸਾਈਨ ਕੀਤੇ ਗਏ ਆ ਜੀ? ਹਾਂਜੀ ਬਿਲਕੁਲ ਕੀਤੇ ਜਾਲੀ ਗਏ। ਸਾਈਨ? ਜਾਲੀ ਸਾਈਨ ਹੋਣਗੇ ਜੀ। ਵੈਸੇ ਤੁਸੀਂ ਉਸ ਫੈਸਲੇ ਦੇ ਪੰਚਾਇਤ ਦੇ ਫੈਸਲੇ ਦੇ ਨਾਲ ਹੋ, ਪੰਚਾਇਤ ਮੈਂਬਰ ਨਾਲ ਹੈ ਜੀ। ਚਲੋ ਸਾਈਨ ਦੀ ਛੱਡੋ, ਪਹਿਲਾਂ ਇਹ ਦੱਸੋ ਵੀ ਸਹਿਮਤ ਹੋ ਫੈਸਲੇ? ਨਹੀਂ ਜੀ, ਅਸੀਂ ਨਹੀਂ ਸਹਿਮਤ ਹੈਗੇ ਇਸ ਗੱਲ ਦੇ ਵਿੱਚ, ਕਿਉਂਕਿ ਜੇ ਸਾਡਾ ਪਿੰਡ ਉੱਜੜਦਾ ਅਸੀਂ ਕਾਹਦੇ ਲਈ ਸਹਿਮਤ ਹੋਣਾ? ਇਹ ਵੀ ਨਹੀਂ ਸਹਿਮਤ ਜੀ। 200 ਏਕੜ ਦੇ ਨਾਲ ਤਾਂ ਸਹਿਮਤ ਸੀਗੇ, ਸਾਨੂੰ ਤਾਂ 200 ਦੱਸੀ ਸੀ ਜੀ। ਜੇ ਉਹਨਾਂ ਨੇ 200 ਦੱਸੀ ਸੀਗੀ, ਅਸੀਂ ਉੱਥੇ ਮੁੱਦਾ ਰੱਖਿਆ ਸੀ ਜੀ 5-5 ਕਿੱਲੇ ਸਾਨੂੰ ਪੱਕੇ ਤੌਰ ਤੇ ਦਿੱਤੇ ਜਾਣ। ਜੇ ਉਹਨਾਂ ਨੇ ਸਾਡੀ ਉਸ ਗੱਲ ਨੂੰ ਮੰਨਿਆ ਫਿਰ ਅਸੀਂ ਸਹਿਮਤ ਹਾਂ। ਉਹਨਾਂ ਨੇ ਤਾਂ ਮੰਨੀ ਨਹੀਂ ਸਾਡੀ ਗੱਲ, ਅਸੀਂ ਕਿੱਦਾਂ ਮੰਨ ਲਈਏ? ਉਹਨਾਂ ਨੇ ਕਿਹਨੇ ਨੇ ਨਹੀਂ ਮੰਨੀ ਜੀ? ਤੁਸੀਂ ਕਹਿੰਦੇ ਸਾਡੇ ਘਰ ਵਾਲੀ ਤਾਂ ਗਈ ਹੋ ਨਹੀਂ, ਫਿਰ ਉਹਨਾਂ ਨੇ ਅਸੀਂ ਕਿਹਾ ਸੀਗਾ ਸੈਕਟਰੀ ਸਾਹਿਬ ਨੂੰ। ਹਾਂ, ਉਹਨਾਂ ਨੇ ਜਦੋਂ ਕਿਹਾ ਵੀ ਅਸੀਂ ਲੈਣਾ 200 ਕਿੱਲਾ ਜ਼ਮੀਨ ਦਾ, 200 ਕਿੱਲਾ ਤੁਹਾਡੇ ਪਿੰਡ ਨੂੰ ਛੱਡ ਦਾਂਗੇ ਜੀ। ਅਸੀਂ ਕਿਹਾ ਵੀ 5-5 ਕਿੱਲੇ ਪਰਚੀ ਮੁਤਾਬਕ ਸਾਨੂੰ ਪੱਕੇ ਤੌਰ ਤੇ ਦੇ ਦਿਓ ਜੀ। ਤੁਹਾਨੂੰ ਪੰਚਾਇਤ ਮੈਂਬਰਾਂ ਨੂੰ? ਨਹੀਂ ਜੀ, ਪਿੰਡ ਵਾਲਿਆਂ ਨੂੰ, ਪਿੰਡ ਵਾਲੇ ਸਾਰਿਆਂ ਨੂੰ? ਸਾਰੇ ਪਿੰਡ ਵਾਲੇ ਪਿੰਡ ਵਾਸੀਆਂ ਨੂੰ 5-5 ਕਿੱਲੇ, 30 ਜਾਂ 35 ਪਰਚੀਆਂ ਨੇ, ਸਾਰਿਆਂ ਨੂੰ 5-5 ਕਿੱਲੇ ਦੇ ਦਿਓ। ਤੇ ਉਹ 5-5 ਕਿੱਲੇ ਕਰਨੇ ਕੀ ਸੀ? ਕਿਹਨੇ ਵਰਤਨੇ ਸੀ? ਜਦੋਂ ਇੱਥੇ ਇੰਡਸਟਰੀ ਲੱਗ ਕੇ ਪਾਣੀ ਦੂਸ਼ਿਤ ਕਰ ਦੇਣਾ ਸੀ, ਜਦੋਂ ਤੁਸੀਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਣਾ ਸੀ, ਫਿਰ ਉਹ 5 ਕਿੱਲੇ ਕਿਹਨੇ ਵਰਤਨੇ ਸੀ? ਉਹ ਜਿਹੜੇ ਸਾਨੂੰ ਤਾਂ ਇੰਟਰਸਟੀ ਵਾਸਤੇ ਦੱਸਿਆ ਨਹੀਂਗਾ ਵੀ ਇੱਥੇ ਕੀ ਬਣਨਾ ਕੀ ਨਹੀਂ, ਸਾਨੂੰ ਤਾਂ ਕਹਿੰਦੇ ਪਾਰਕਾਂ ਬਣਨੀਆਂ ਜੀ। ਅੱਛਾ, ਹਾਂ, ਸਾਨੂੰ ਪਾਰਕਾਂ ਵਾਸਤੇ ਦੱਸਿਆ ਸੀ। ਇੰਡਸਟਰੀਅਲ ਪਾਰਕ ਕਿਹਾ ਹੋਊਗਾ ਉਹਨਾਂ ਨੇ? ਨਹੀਂ, ਇਹ ਨਹੀਂ ਕੁਛ ਕਿਹਾ, ਸਾਨੂੰ ਪਾਰਕਾਂ ਕਿਹਾ ਸੀਗਾ। ਹਾਂ, ਮੌਲ ਕਿਹਾ ਸੀ ਬਣਨੇ, ਪਾਰਕਾਂ ਕਿਹਾ ਸੀ। ਵੈਸੇ ਤਾਂ ਸਾਨੂੰ ਕਹਿੰਦੇ ਜੀ ਪਾਰਕਾਂ ਬਣਨੀਆਂ, ਬਾਹਰਲੇ ਦੇਸ਼ਾਂ ਤੋਂ ਇੱਥੇ ਆਇਆ ਕਰਨੇ ਆ, ਉਹ ਪਾਰਕਾਂ ਹੀ ਬਣਨੀਆਂ, ਸਾਨੂੰ ਪਾਰਕਾਂ ਵਾਸਤੇ ਦੱਸ। ਕੀ ਕਹਿੰਦੇ ਸੀ ਜੀ? ਪਾਰਕਾਂ ਹੀ ਕਹਿੰਦੇ ਵੀ ਪਾਰਕਾਂ ਬਣਨੀਆਂ। ਤੇ ਹੁਣ ਇਹ ਇੰਡਸਟਰੀ ਕਹਿੰਦੇ ਆ, ਹੁਣ ਤੁਸੀਂ ਇਹ ਗੱਲ ਰੱਖੋਗੇ ਸਿੱਧੇ ਤੌਰ ਤੇ ਵੀ ਦੇਖੋ ਜੀ, ਸਾਨੂੰ ਤੁਸੀਂ ਪਾਰਕ ਦੱਸਿਆ ਸੀ, ਤੁਸੀਂ ਇੱਥੇ ਇੰਡਸਟਰੀ ਲਾਉਣ ਲੱਗੇ ਹੋ ਤੇ ਉਹਦਾ ਪ੍ਰਦੂਸ਼ਣ ਆਏਗਾ, ਜਾਂ ਉਹ ਸਵਾਲ ਉਠਾਓਗੇ ਜੀ ਹੁਣ ਤੁਸੀਂ? ਤਾਂ ਠਾਵਾਂਗੇ, ਜਦੋਂ ਸਾਰਾ ਪਿੰਡ ਨਾਲ ਹੋਊਗਾ ਤਾਂ ਠਾਵਾਂਗੇ ਕਿਉਂ? ਸਹਿਮਤ ਕਿ ਜੇ ਸਰਪੰਚ ਹੋਊਗਾ ਤਾਂ ਹੀ ਪਿੰਡ ਨਾਲ ਹੋਊਗਾ ਨਾ? ਉਹੀ ਤਾਂ ਗੱਲ ਹੈ, ਨਾਲ ਕਰਾਂਗੇ ਇਹਨਾਂ ਦੀ। ਮੁਖੀਆ ਹੋ ਤੁਸੀਂ ਪਿੰਡ ਦੇ, ਰੋਲ ਨਿਭਾਓਗੇ ਜੀ ਪੂਰਾ? ਪੂਰਾ। ਠੀਕ ਹੈ ਜੀ। ਅਮਰੀਕ ਕੌਰ ਜੀ ਦਾ ਕਹਿਣਾ ਹੈ ਕਿ ਉਹ ਪਿੰਡ ਵਾਲਿਆਂ ਦਾ ਸਾਥ ਦੇਣਗੇ, ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਸਾਨੂੰ ਗੁੰਮਰਾਹ ਕੀਤਾ ਗਿਆ, ਪਾਰਕਾਂ ਦੱਸ ਦਿੱਤਾ ਗਿਆ। ਉਹ ਤੇ ਪਾਰਕਾਂ ਦੀ ਗੱਲ ਕਰਕੇ ਹੁਣ ਇੰਡਸਟਰੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਪਾਣੀ ਨੂੰ ਪ੍ਰਦੂਸ਼ਿਤ ਕਰਨ ਦੀ ਗੱਲ ਜਿਹੜੀ ਹੈਗੀ ਸਾਹਮਣੇ ਆ ਰਹੀ ਹੈ। ਸੋ ਸਮਾਜ ਸੇਵੀ ਲੋਕ ਜਿਹੜੇ ਹੈਗੇ ਨੇ ਉਹ ਇੱਥੇ ਪਹੁੰਚੇ ਹੋਏ ਨੇ। ਡਟ ਕੇ ਵਿਰੋਧ ਕਰੋ, ਸੰਘਰਸ਼ਾਂ ਦੇ ਰਾਹ ਪਾਓ, ਡਰਨ ਦੀ ਲੋੜ ਨਹੀਂ ਹੈਗੀ, ਤਾਂ ਜਾ ਕੇ ਹੱਲਾ ਰੁਕਣਾ। ਇਹ ਜਿਹੜਾ ਪਾਣੀ ਨੂੰ ਅਸੀਂ ਅੰਮ੍ਰਿਤ ਕਹਿੰਦੇ ਸੀ, ਉਹਨੂੰ ਤਾਂ ਜ਼ਹਿਰੀਲਾ ਕਰ ਹੀ ਦਿੱਤਾ। ਸੋ ਜਿਹੜੇ ਸਮਾਜ ਸੇਵੀ ਲੋਕ ਹੈਗੇ ਨੇ, ਜਿੱਥੋਂ ਅਸੀਂ ਅੰਨ ਖਾਂਦੇ, ਸਿਧਾਣਾ ਸਾਹਿਬ ਕੀ ਕਹਿੰਦੇ ਹੋ ਤੁਸੀਂ? ਮਤਲਬ ਕਿ ਮਾਤਾ ਜੀ ਨਾਲ ਵੀ ਗੱਲ ਹੋਈ, ਸਰਪੰਚ ਸਾਹਿਬਾਂ ਨਾਲ, ਉਹ ਕਹਿ ਰਹੇ ਸਾਨੂੰ ਤਾਂ ਪਾਰਕਾਂ ਲਾਉਣ ਬਾਰੇ ਕਹਿਤੇ ਅਸੀਂ, ਤੇ ਇਹ ਤਾਂ ਪਤਾ ਨਹੀਂ ਸਾਨੂੰ ਇੰਡਸਟਰੀ ਲੱਗਣੀ। 200 ਏਕੜ ਦੱਸਿਆ ਸੀ, 450 ਏਕੜ। ਇਹੀ ਧੋਖੇ 'ਚ ਰੱਖ ਕੇ, ਸ਼ਲਾਬ ਵਿੱਚ ਰੱਖ ਕੇ ਦੱਸਿਆ ਮਾਤਾ ਸਰਪੰਚ ਨੇ ਕਿ ਡੀਸੀ ਸਾਨੂੰ ਦਫ਼ਤਰ ਬੁਲਾ ਲਿਆ, ਉੱਥੇ ਮਤੇ ਪਵਾ ਲਏ। ਅਨਪੜ੍ਹ ਪਿੰਡਾਂ ਵਾਲੇ ਸਰਪੰਚ ਬਣਾਉਣੇ, ਇਹਨੂੰ ਪਤਾ ਹੀ ਨਹੀਂ ਹੁੰਦਾ, ਜਾਂ ਕੋਈ ਲੀਡਰ ਕਹਿ ਦਿੰਦਾ, ਕੋਈ ਵੀਡੀਓ ਕਹਿ ਦਿੰਦਾ, ਕੋਈ ਸੈਕਟਰੀ ਕਹਿ ਦਿੰਦਾ, ਉਹਦੇ ਮਗਰ ਲੱਗ ਕੇ ਦਸਖਤ ਕਰੀ ਜਾਂਦੇ ਨੇ ਯਾਰ, ਮਤੇ ਪਾਈ ਜਾਂਦੇ ਨੇ, ਹੈ ਨਾ। ਸੋ ਇਸ ਲਈ ਇਹ ਬਹੁਤ ਵੱਡਾ ਇੱਕ ਮੈਂ ਕਹਿੰਦਾ ਹੱਲਾ ਹੈਗਾ ਪੰਜਾਬ ਦੇ ਉੱਤੇ, ਹਮਲਾ ਹੈਗਾ ਕਿ ਪੰਜਾਬ ਦੀਆਂ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਉਹਨੂੰ ਸਰਕਾਰ ਆਪਣੇ ਕਬਜ਼ੇ ਅਧੀਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਸ਼ੁਰੂ ਕਰ ਰਹੀ ਆ। ਉਹ ਇਹਨਾਂ ਨੇ ਤੁਸੀਂ ਦੇਖ ਲਓ, ਕੋਈ ਫੈਕਟਰੀ ਫੂਟਰੀ ਲਾਉਣੀ, ਐਂ ਕਾਰਪੋਰੇਟ ਘਰਾਣਿਆਂ ਨੂੰ, ਵੱਡੇ ਤਕੜੇ ਅਬਾਨੀਆਂ ਅਡਾਨੀਆਂ ਨੂੰ ਐਂ ਵੇਚ ਦੇਣੀਆਂ ਨੇ। ਇੱਥੋਂ ਇੱਕ ਗੱਲ ਹੋਰ ਸਾਹਮਣੇ ਨਹੀਂ ਨਿਕਲ ਕੇ ਆ ਰਹੀ ਇਹਦੇ ਵਿੱਚੋਂ ਹੀ, ਬਈ ਇਹਨਾਂ ਲੀਡਰਾਂ ਨੇ ਜਾਂ ਕੁਛ ਰਾਜਨੀਤਿਕ ਲੋਕਾਂ ਨੇ ਜੋ ਸਰਪੰਚ ਵੀ ਬਣਾਏ ਆ, ਜਿੱਥੇ ਜ਼ਿਆਦਾ ਜ਼ਮੀਨਾਂ ਵੀ ਉੱਥੇ ਯਾਰ ਅਨਪੜ੍ਹ ਸਰਪੰਚ ਬਣਵਾ ਦਿਓ ਤੇ ਬਾਅਦ ਦੇ ਵਿੱਚ ਆਪਾਂ ਕਬਜ਼ਾ ਇਸ ਤਰ੍ਹਾਂ ਕਰਾਂਗੇ। ਦੇਖੋ ਇਹ ਉਹੀ ਆ ਨਾ, ਇਹ ਸਾਰੀਆਂ ਸਕੀਮਾਂ ਨੇ, ਸਾਜ਼ਿਸ਼ਾਂ ਨੇ। 500 ਪਿੰਡ ਦੀ ਆਬਾਦੀ ਹੈ, 500 ਵੋਟ ਦੱਸਿਆ ਗਿਆ, ਛੋਟਾ ਪਿੰਡ ਆ,
400 ਏਕੜ ਪੈਲੀ ਹੈ। ਕਿੰਨੀ ਪੈਲੀ ਹੈ? ਬਿਲਕੁਲ ਸਤਲੁਜ ਦੇ ਨਾਲ। ਬੜੀ ਮੈਂ ਦੇਖਿਆ, ਔਰ ਤੁਸੀਂ ਕੈਮਰੇ ਦੇ ਮੈਂ ਕਹਾਂ ਉੱਪਰ ਹੀ ਇੰਜਣ ਪਏ ਆ ਸਾਰੇ, ਮਤਲਬ 5-7 ਫੁੱਟ ਤੇ ਪਾਣੀ ਹੈ ਤੇ ਬੜਾ 1 ਨੰਬਰ ਪਾਣੀ ਹੈ ਜੀ। ਬੜੀ ਕੀਮਤੀ ਜ਼ਮੀਨ ਆ ਇਹ, ਬੜੀ ਜ਼ਰਖੇਜ਼ ਜ਼ਮੀਨ ਆ ਪੰਜਾਬ ਦੀ, ਜਿੱਥੇ ਫਸਲ ਲਗਾਈ ਜਾ ਸਕਦੀ ਆ, ਹੋਰ ਵੀ ਬਹੁਤ ਕੁਝ ਇੱਥੇ ਉਪਜ ਵਾਲੀ ਜ਼ਮੀਨ ਹੈਗੀ ਆ। ਉਹ ਜ਼ਮੀਨ ਨੂੰ ਇਹ ਫੈਕਟਰੀਆਂ ਨੂੰ ਦੇ ਰਹੇ, ਤਬਾਹ ਕਰ ਰਹੇ। ਹੁਣ ਤੁਸੀਂ ਦੇਖੋ ਯਾਰ, ਨਾਲ ਸਤਲੁਜ ਵਗਦਾ, ਸਾਰਾ ਫੈਕਟਰੀ ਇੱਥੇ ਲੱਗੂ, ਗੰਦਾ ਮੰਦਾ ਪਾਣੀ ਸਤਲੁਜ 'ਚ ਪੈ ਜਾਣਾ। ਪਹਿਲਾਂ ਹੀ ਸਤਲੁਜ ਤਬਾਹ ਕੀਤਾ ਹੋਇਆ। ਕਿੰਨਾ ਲੁਧਿਆਣੇ ਦਾ ਗੰਦ ਮੰਦਾ, ਫੈਕਟਰੀਆਂ ਦਾ ਸੀਵਰੇਜ ਸਾਰਾ ਸਤਲੁਜ 'ਚ ਪਾਈ ਜਾਂਦੇ ਨੇ ਯਾਰ। ਸਰਕਾਰਾਂ ਕਹਿੰਦੀਆਂ ਫੈਕਟਰੀਆਂ ਸੀਲ ਕਰਤੀਆਂ, ਪਿਛਲੇ ਸਾਲ ਅਸੀਂ ਰੌਲਾ ਪਾਇਆ, 36 ਫੈਕਟਰੀਆਂ ਇੱਕ ਵਾਰੀ ਸੀਲ ਕਰਤੀਆਂ, ਦੁਬਾਰਾ ਫਿਰ ਖੋਲ੍ਹਤੀਆਂ ਮਹੀਨੇ ਬਾਅਦ। ਪਿੰਡ ਵਾਲੇ ਕਹਿੰਦੇ ਹੁਣ ਅਸੀਂ ਇਹ ਲੜਾਈ ਲੜਾਂਗੇ ਬਈ ਸਾਨੂੰ ਨਹੀਂ ਪਤਾ ਸੀ, ਤੇ ਹੁਣ ਤੁਸੀਂ ਇੱਥੋਂ ਇਹਨਾਂ ਦੀ ਲੜਾਈ ਸ਼ੁਰੂਆਤ ਕਰਕੇ ਚੱਲ ਜਾਓਗੇ ਜਾਂ ਨਾਲ ਹੀ ਖੜੇ ਰਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਆ, ਇੱਥੇ ਹੀ ਨਹੀਂ ਇਕੱਲੇ, ਅਸੀਂ ਸਿੱਖੇਵਾਲ ਪਿੰਡ ਖੜੇ ਆ ਜਿਹਦੀ 400 ਏਕੜ ਪੈਲੀ ਕੁਆਇਰ ਕੀਤੀ ਗਈ ਹੈ। ਇੱਥੇ ਨੇੜੇ ਨੇੜੇ 6 ਪਿੰਡਾਂ ਦੀਆਂ 7 ਪਿੰਡਾਂ ਦੀ 1000 ਏਕੜ ਪੈਲੀ ਕੁਆਇਰ ਕਰਕੇ ਇਹਨਾਂ ਨੇ ਫੈਕਟਰੀਆਂ ਲਾਉਣੀਆਂ ਸ਼ੁਰੂ ਕੀਤੀਆਂ ਨੇ। ਪੂਰੇ ਪੰਜਾਬ ਦੀਆਂ ਪੈਲੀਆਂ ਕੁਆਇਰ ਕਰ ਰਹੀ ਹੈ ਸਰਕਾਰ, ਜਿਹੜੀਆਂ ਪੰਚਾਇਤੀ ਜ਼ਮੀਨ ਹੈ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਯਾਰ ਉਹ ਲੋਕ ਇਕੱਲੇ ਇੱਕ ਥਾਂ ਨਹੀਂ, ਪਿੰਡੋ ਪਿੰਡੀ ਵਿਰੋਧ ਹੋਣਾ ਚਾਹੀਦਾ। ਨਹੀਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤਬਾਹ ਹੋ ਜਾਣਗੀਆਂ, ਤੁਹਾਡੇ ਬੱਚਿਆਂ ਦੇ ਰਹਿਣ ਜੋਗੇ ਪੰਜਾਬ ਰਹਿਣਾ ਨਹੀਂ ਹੈ। ਇਹ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ। ਕਿਉਂ ਸੁੱਤੇ ਪਏ ਆ? ਕਿਉਂ ਅਸੀਂ ਸਿਰਫ ਇੱਕ ਚਾਪਲੂਸੀ ਦੀ ਖਾਤਰ, ਇੱਕ ਚਮਚੀ ਦੀ ਖਾਤਰ, ਕਈ ਪਿੰਡਾਂ ਦੇ ਸਰਪੰਚ ਜਿਹੜੇ ਕਿਸੇ ਕਾਂਗਰਸ ਐਮਐਲਏ ਨੇ ਬਣਾਏ ਹੁੰਦੇ ਆ, ਕਿਸੇ ਕਾਂਗਰਸ ਮੰਤਰੀ ਨੇ ਬਣਾਏ ਹੁੰਦੇ ਆ, ਤੁਸੀਂ 5 ਸਾਲ ਲਈ ਸਰਪੰਚ ਰਹਿ ਜਾਓਗੇ, ਤੁਸੀਂ ਮਾੜੀ ਮੋਟੀ ਵਿੱਚੋਂ ਜਿਹੜੀ ਤੁਹਾਨੂੰ ਬੁਰਕੀ ਮਿਲੂਗੀ ਉਹ ਖਾ ਲਓਗੇ, ਪਰ ਵੱਡੇ ਤੌਰ ਤੇ ਤਾਂ ਤੁਸੀਂ ਆਉਣ ਵਾਲਾ ਇਹ ਦੇਖੋ ਕਿ ਸਦੀਆਂ ਲਈ ਤੁਹਾਨੂੰ ਇਤਿਹਾਸ ਨੇ ਮਾਫ ਨਹੀਂ ਕਰਨਾ ਕਿ ਤੁਸੀਂ ਕਿੱਡਾ ਵੱਡਾ ਨੁਕਸਾਨ ਪੰਜਾਬ ਦਾ ਕਰਨ ਜਾ ਰਹੇ ਹੋ। ਮਕਸਦ ਵੀਰ ਜੀ ਕੋਈ ਵੀ ਇਹ ਨਹੀਂ ਹੈਗਾ ਕਿ ਕਿਸੇ ਨੂੰ ਆਪਾਂ ਮਤਲਬ ਨਿਰਾਸ਼ ਕਰਨਾ ਆ। ਆਪਾਂ ਗੱਲ ਤਾਂ ਇਹੋ ਹੀ ਆ ਵੀ ਮੇਨ ਤੁਸੀਂ ਦੱਸੋ ਰਲ ਕੇ, ਜੇ ਤੁਸੀਂ ਹੋਈ ਦੁਖੀ ਹੋ ਫਿਰ ਕੰਮ ਕਰਨ ਦਾ ਕੀ ਫਾਇਦਾ? ਫੈਕਟ ਜਿਹੜੇ 407 ਕਿੱਲੇ ਨਾਲ ਪੂਰਾ ਫੋਰੈਸਟ ਡਿਪਾਰਟਮੈਂਟ ਉਹਨੂੰ ਵੀ ਤਾਂ ਪਊਗਾ ਨਾ, ਜੀਵ ਜੰਤੂ ਇੰਨੇ ਨੇ। ਨਹੀਂ, ਜੇ ਤੁਸੀਂ ਕੰਮ ਦੀ ਗੱਲ ਹੀ ਕਰ ਰਹੇ ਹੋ ਭੈਣ ਜੀ, ਮੈਂ ਟੋਕਦਾ ਵਿੱਚ ਗੱਲ ਨੂੰ, ਮੰਨ ਲਓ ਆਪਾਂ ਕੰਮ ਦੇ ਵਾਸਤੇ ਆ। ਨਹੀਂ ਭੈਣ ਜੀ ਇੱਕ ਮਿੰਟ, ਤੁਹਾਡੇ ਨਾਲ ਵੀ ਆ ਮੈਂ ਤਾਂ, ਆਪਾਂ ਤਾਂ ਜੇ ਅੱਛਾ ਕੰਮ ਕਰਨਾ ਹੈ ਮੈਂ ਤਾਂ ਕਹਿੰਦੀ ਚਲੋ ਮੈਂ ਤੁਹਾਡੇ ਨਾਲ ਚੱਲਦੀ। ਨਹੀਂ ਉਹ ਠੀਕ ਆ ਭੈਣ ਜੀ, ਤੁਸੀਂ ਕੰਮ ਦੀ ਗੱਲ ਕਰ ਰਹੇ ਹੋ। 407 ਕਿੱਲੇ ਆ ਜੀ, ਆਪਾਂ 2-2 ਕਿੱਲੇ ਘਰ ਨੂੰ ਦੇ ਦੇਗੇ, ਇੱਕ ਘਰ ਨੂੰ ਦੇ ਦੇਗੇ, ਕੰਮ ਲਾ ਦੇਗੇ ਉਹਨਾਂ ਦੇ ਬੱਚਿਆਂ ਨੂੰ ਵੀ। ਲੈ 2-2 ਕਿੱਲੇ ਤੁਸੀਂ ਵਾਹੋ, ਜਿੰਨੇ ਕੁ ਤੁਹਾਡੇ ਕੋਲੋਂ ਦਿੱਤੇ ਜਾਂਦੇ ਉਹਨੇ ਪੈਸੇ ਦਿਓ, ਤੇ ਉਹਨੇ ਕਿੰਨੇ ਪਰਿਵਾਰ ਉਹਦੇ ਨਾਲ ਜਲ ਸਕਦੇ ਨੇ? ਸਾਰਾ ਪਿੰਡ ਕਹਿ ਰਿਹਾ ਹੈ, ਪੰਚਾਇਤ ਜਿਹੜੀ ਸਰਪੰਚ ਹੈਗਾ ਵਿਚਾਰੀ ਅਨਪੜ੍ਹ ਆ, ਉਹ ਕਹਿੰਦੀ ਮੈਨੂੰ ਪਤਾ ਨਹੀਂ, ਡੀਸੀ ਨੇ ਬੁਲਾ ਕੇ ਮੈਥੋਂ ਮਤਾ ਪਵਾ ਦੇ। ਇਹ ਗੱਲ ਦੀ ਆਬਜੈਕਸ਼ਨ ਹੋ ਕਿੱਡਾ ਵੱਡਾ ਧੋਖਾ ਲੋਕਾਂ ਨਾਲ। ਸਾਡੇ ਨਾਲ ਇਹੀ ਗੱਲ ਪਿੰਡ ਵਾਲਾ ਕੀਤੀ ਆਣ ਕੇ। ਅਸੀਂ ਤੁਹਾਡੇ ਨਾਲ ਆ, ਮੈਂ ਪਰਸਨਲੀ ਨਾਲ ਆ, ਮੇਰੇ ਤੁਸੀਂ ਸਾਰੇ ਭੈਣ ਭਰਾ ਹੋ। ਜੇ ਐਵੇਂ ਦਾ ਕੋਈ ਲੱਗਦਾ ਤੁਸੀਂ ਪੰਚਾਇਤਾਂ ਲਿਖ ਕੇ ਦਿਓ, ਆਪਾਂ ਫਿਰ ਡੀਸੀ ਕੋਲ ਚੱਲਦੇ। ਇਹ 'ਚ ਕਿਹੜੀ ਗੱਲ ਹੈ? ਤੁਹਾਡਾ ਕੋਈ ਅਸੀਂ ਇਹੀ ਗੱਲ ਹੁਣ ਦੇਖੋ, ਜਿਹੜਾ ਸਵਾਲ ਤੁਸੀਂ ਹੁਣ ਕਿਹਾ ਨਾ ਵੀ ਪੰਚਾਇਤਾਂ ਲਿਖ ਕੇ ਦੇਣ, ਅਸੀਂ ਨਾਲ ਚੱਲਦੇ ਆ, ਸਾਨੂੰ ਖੁਸ਼ੀ ਹੈ ਇਸ ਗੱਲ ਦੀ। ਪਰ ਪੰਚਾਇਤਾਂ ਤੋਂ ਲਿਖਾਉਣ ਲਈ ਉਹਨਾਂ ਨੂੰ ਦੱਸਣਾ ਤੇ ਪਊਗਾ ਨਾ ਵੀ ਹੁਣ ਸੁਣੋ, ਉਹ ਇੱਕ ਕੰਮ ਕਰਿਆ ਏ, ਉਹ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਗਾਹਾਂ ਕਰਨਾ ਕੀ ਸਾਡੇ ਨਾਲ ਹੋਇਆ ਕੀ ਆ। ਹੁਣ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰਿਟਰਨ ਕਰੋ। ਮੇਰੀ ਗੱਲ ਸੁਣੋ, ਐ ਨਹੀਂ ਹੁੰਦਾ ਜਿਹੜਾ ਬੰਦਾ ਤੁਸੀਂ ਸਰਪੰਚ ਬਣਾਇਆ ਸਾਰੇ ਪਿੰਡ ਨੇ, ਉਹ ਐਵੇਂ ਸੇਫ ਸਾਈਨ ਕਰਿਆਊਗਾ। ਉਹੀ ਤਾਂ ਰੌਲਾ ਪੈ ਰਿਹਾ। ਔਰਤਾਂ ਜੀ ਪਤਾ ਹੀ ਨਹੀਂ ਵਿਚਾਰੀ ਇਹੀ ਤਾਂ ਰੌਲਾ ਸਵਾਲ ਸੁਣ ਲਓ। ਪਹਿਲੀ ਗੱਲ ਤਾਂ ਮੇਰੀ ਗੱਲ ਸੁਣ ਲਓ, ਹੁਣ ਲਾਸਟ ਗੱਲ ਹੈ ਵੀਰੇ, ਜੇ ਤੁਹਾਨੂੰ ਕੋਈ ਆਬਜੈਕਸ਼ਨ ਹੈ ਆਪਾਂ ਲਿਖ ਕੇ ਗੱਲ ਕਰ ਸਕਦੇ ਹਾਂ। ਈਵਨ ਸੀਐਮ ਸਾਹਿਬ ਮੇਰਾ ਇੱਕ ਜਵਾਬ ਦੇ ਦਿਓ। ਸਿਰਫ ਇੱਕ ਗੱਲ ਦੱਸੋ, ਸਿਰਫ ਪਹਿਲਾਂ ਤਾਂ ਦੇਖੋ ਕਿੰਨਾ 10 ਦਿਨ ਹੋ ਗਏ ਗੁੰਮਰਾਹ ਕਰਦੇ ਆ, ਜੰਗਲ ਤਬਾਹ। ਇਹ ਮਤਲਬ ਇਹ ਤੁਸੀਂ ਉਹ ਤੋਂ ਵੀ ਬਚੋ, ਸਮਝੇ ਵੀਰ ਜੀ? ਨਹੀਂ ਜੀ, ਇੱਕ ਜੰਗਲ ਤਬਾਹ ਮੰਨ ਲਿਆ ਜੀ। ਇੱਕ ਮਿੰਟ ਦੂਜੇ ਪਾਸੇ ਗੱਲ ਕਰਨ ਲੱਗੇ। ਇੱਕ ਮਿੰਟ ਮੇਰੀ ਗੱਲ ਸੁਣ ਲਓ। ਨਹੀਂ ਮੰਨ ਲਓ ਭੈਣ ਜੀ, ਇੱਕ ਮਿੰਟ ਭੈਣ ਜੀ, ਮੰਨ ਲਓ ਜੇ ਪੰਚਾਇਤਾਂ ਇਹ ਕਹਿ ਦਿੰਦੀਆਂ ਕਿ ਸਾਡੇ ਨਾਲ ਧੋਖਾ ਹੋਇਆ, ਇੱਕ ਮਿੰਟ ਤੁਸੀਂ ਮੇਰੇ ਭੈਣੇ ਕਿਹਾ ਕਿ ਡੀਸੀ ਕੋਲ ਚੱਲਦੇ ਆ। ਐਸੇ ਦਰਿਆ ਦੇ ਐਸੇ ਖੱਡ ਤੋਂ ਆ 30 ਤਰੀਕ ਨੂੰ ਬੰਦ ਹੋਇਆ ਹੈ। ਮੈਨਿੰਗ ਹੁੰਦੀ ਸੀ 30 40 ਲੱਖ ਰੁਪਏ ਰੇਤਾ ਰੋਜ਼ ਪੱਟਿਆ ਜਾ ਰਿਹਾ ਸੀ। ਥੋੜਾ ਦੂਰ ਰਹੋ ਵੀਰੇ ਪਲੀਜ਼। ਜਵਾਬ ਲੈ ਲਓ ਯਾਰ, ਗੱਲ ਦਾ ਜਵਾਬ ਤਾਂ ਲਈ। ਮੈਂ ਤਾਂ ਇੱਧਰ ਧਿਆਨ ਦਿਓਗੇ ਜੀ, ਮੈਨੂੰ ਇੱਧਰ ਧਿਆਨ ਦਿਓ ਜੀ। 30 40 ਲੱਖ ਦਾ ਰੇਤਾ ਰੋਜ਼ ਪੱਟਿਆ ਜਾਂਦਾ ਸੀ। ਆਹ ਲੋਕਾਂ ਨੇ ਇਕੱਠੇ ਹੋ ਕੇ ਡੀਸੀ ਕੋਲੇ ਗਏ। ਇਸੇ ਡੀਸੀ ਲੁਧਿਆਣੇ ਦਾ ਕਹਿਣਾ ਸੀ ਕਿ ਇਸ ਬਾਬਤ ਮੇਰੇ ਨਾਲ ਗੱਲ ਨਾ ਕਰੋ, ਤੇ ਤੁਸੀਂ ਉਸੇ ਡੀਸੀ ਕੋਲ ਸਾਨੂੰ ਲਿਜਾਣ ਨੂੰ ਫਿਰਦਾ, ਸਾਡੀ ਸੁਣੋ ਕੌਣ? ਮੈਂ ਤਾਂ ਤੁਹਾਡੇ ਨਾਲ ਹੁਣ ਮੈਂ ਮੇਰੇ ਲਾਇਕ ਸੇਵਾ ਦੱਸੋ। ਤੁਸੀਂ ਇਹ ਲੋਕਾਂ ਨਾਲ ਖੜੋ। ਫਿਰ ਮੈਂ ਤਾਂ ਨਾਲ ਖੜ ਗਈ। ਧੋਖਾ ਹੋਇਆ ਲੋਕਾਂ ਨਾਲ, ਨਜਾਇਜ਼ ਲੋਕਾਂ ਨੂੰ ਧੋਖੇ ਰੱਖ ਕੇ ਮਤੇ ਪਵਾਏ। ਚਲੋ ਸਰਪੰਚ ਖੜੇ ਨੇ ਪੈਣਾ, ਸਰਪੰਚ ਜੀ ਇੱਧਰ ਆਇਓ, ਸਰਪੰਚ ਸਾਹਿਬ ਆਇਓ ਪਲੀਜ਼, ਬੇਨਤੀ ਹੈ ਤੁਹਾਨੂੰ, ਆਇਓ। ਹਾਂਜੀ ਇਹਨਾਂ ਨੂੰ ਪੁੱਛੋ, ਤੁਸੀਂ ਇੱਕ ਵਾਰ ਮੈਨੂੰ ਤਾਂ ਕਿ ਦੱਸਿਓ ਨਹੀਂ। ਪਹਿਲਾਂ ਜਿਹੜਾ ਗਮਨ ਹੋਇਆ ਸੀਗਾ, ਤੁਸੀਂ ਉਹਦੇ ਬਾਰੇ ਜਦੋਂ ਇਹਨਾਂ ਦੀ ਇੱਕ ਗਲਤੀ ਪਾਈ ਗਈ ਸੀਗੀ, ਦੱਸੋ ਸਰ। ਹੁਣ ਪ੍ਰੈਸ ਖੜੀ ਹੈ, ਉਦੋਂ ਤੁਸੀਂ ਕਹਿੰਦੇ ਸੀ ਮੈਨੂੰ ਬਚਾਓ, ਮੇਰੇ ਤੋਂ ਗਲਤੀ ਹੋ ਗਈ ਭੈਣ ਜੀ। ਆ ਦੱਸੋ ਜੀ, ਹੁਣ ਪਹਿਲਾਂ ਵੀ ਗਲਤੀ ਕਰ ਲਈ, ਹੁਣ ਕਹਿੰਦੇ ਮੈਂ ਕੀ ਹੋਇਆ ਸੀਗਾ ਜੀ, ਥੋੜਾ ਦੱਸ ਦਿਓ। ਮੈਨੂੰ ਨਹੀਂ ਪਤਾ, ਇਹਨਾਂ ਦੀ ਕੋਈ ਪ੍ਰੋਬਲਮ ਆਈ ਸੀ, ਇਹ ਕਹਿੰਦੇ ਜੀ ਮੇਰੇ ਤੋਂ ਗਲਤੀ ਹੋ ਗਈ ਭੈਣ ਜੀ, ਮੈਨੂੰ ਬਚਾਓ।
ਤੇ ਮੈਂ ਫਿਰ ਇਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ, ਇਹ ਕਈ ਵਾਰ ਨਹੀਂ ਪਤਾ ਹੁੰਦਾ। ਮੈਡਮ ਇਹਨਾਂ ਦਾ ਕਹਿਣਾ ਇਹ ਵੀ ਹੈ ਵੀ ਅਨਪੜ੍ਹਤਾ ਵੀ ਇੱਕ ਕਾਰਨ ਬਣੀ ਹੈ, ਵੀ ਗੁੰਮਰਾਹ ਕਰਕੇ ਸਾਈਨ ਕਰਵਾਏ ਗਏ। ਤੇ ਇਹ ਵੀ ਤੁਸੀਂ ਮੰਨਦੇ ਹੋ ਵੀ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਸਰਪੰਚ ਪੜ੍ਹੇ ਲਿਖੇ ਹੋਣੇ ਚਾਹੀਦੇ, ਮੰਨਦੇ ਹੋ ਜੀ? ਹਾਂਜੀ ਵੀਰ ਜੀ, ਦੇਖੋ ਮੈਂ ਤਾਂ ਤੁਹਾਡੇ ਲਈ ਆ, ਜਿੱਥੇ ਮੈਨੂੰ ਲੈ ਕੇ ਜਾਣਾ ਮੈਂ ਨਾਲ ਜਾਣ ਨੂੰ ਤਿਆਰ ਹਾਂ। ਔਰ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਜੋ ਚੀਜ਼ ਆਪਾਂ ਨੂੰ ਮਨਜ਼ੂਰ ਨਹੀਂ ਉਹ ਸਰਕਾਰ ਕਦੀ ਨਹੀਂ ਕਰੂਗੀ। ਭੈਣੇ ਹਿੱਤਾਂ ਵਾਲਾ ਕੰਮ ਪਹਿਲੀ ਗੱਲ ਨਹੀਂ ਦੇਖੋ, ਗੁੰਮਰਾਹ ਕੀਤਾ ਜਾ ਰਿਹਾ। ਮੈਂ ਆਪਣੀ ਫੇਸਬੁੱਕ ਤੇ ਲਾਈਵ ਪਾਇਆ ਕਿ ਭਾਈ ਇਹ ਜੰਗਲ ਦੀ ਜ਼ਮੀਨ ਨਹੀਂ। ਪਹਿਲੀ ਗੱਲ ਤਾਂ ਰੌਲਾ ਇੰਨਾ ਪਾਤਾ ਜੰਗਲ ਤਬਾਹ ਸਾਰੇ ਬਿਆਨ ਦੇ ਰਹੇ ਆ। ਜੰਗਲ ਕਿਉਂ ਤਬਾਹ ਕਰਾਂਗੇ ਆਪਾਂ? ਸਾਡੇ ਕੋਲ ਇੰਨੀਆਂ ਜ਼ਮੀਨਾਂ, ਜੇ ਕੋਈ ਸਾਡੇ ਕੋਲੇ ਆ ਰਿਹਾ ਜ਼ਮੀਨਾਂ ਮੰਗ ਰਿਹਾ, ਕੰਮ ਤੁਹਾਡੀ ਮਰਜ਼ੀ ਆ, ਤੁਸੀਂ ਦੇਣੀਆਂ। ਸਰਪੰਚਾਂ ਨੇ ਮਿਲ ਕੇ ਕੋਈ ਆਬਜੈਕਸ਼ਨ ਆਪਾਂ ਗੱਲ ਕਰ ਸਕਦੇ ਹਾਂ, ਕੋਈ ਧੱਕਾ ਨਹੀਂ। ਪਿੰਡ ਵਾਸੀਆਂ ਨੂੰ ਆਬਜੈਕਸ਼ਨ ਹੈਗਾ ਤੇ ਇਹ ਦੇਣਾ ਨਹੀਂ ਚਾਹੁੰਦੇ ਜੀ। ਹੁਣ ਇਹ ਕਹਿੰਦੇ ਗੁੰਮਰਾਹ ਕੀਤਾ ਸੀ, ਕੋਈ ਗੱਲ ਨਹੀਂ, ਸਾਰੇ ਇਕੱਠੇ ਹੋਵੋ, ਮੈਂ ਤੁਹਾਡੇ ਨਾਲ ਚੱਲੂੰਗੀ ਜੀ। ਆਪਾਂ ਗੱਲ ਕਰਕੇ ਆਪਾਂ ਗੱਲ ਕਰਾਂਗੇ। ਜੇ ਤੁਹਾਡੇ ਲੋਕਾਂ ਦੀ ਖੁਸ਼ੀ ਲਈ ਸਾਰਾ ਕੁਝ 200 ਕਿੱਲਾ ਜ਼ਮੀਨ ਕਹੀ ਸੀ, ਫਿਰ 407 ਕਿੱਲੇ ਐਕਵਾਇਰ ਕਰ ਲਈ। ਦੇਖੋ ਹੁਣ ਇਹ ਕੀ ਕਹਿ ਰਹੇ ਨੇ ਜਾਂ ਕੀ ਹੋਇਆ, ਇਹ ਗੱਲਾਂ 'ਚ ਆਪਾਂ ਡਿਟੇਲ 'ਚ ਨਹੀਂ ਪੈਣਾ ਚਾਹੁੰਦੇ ਹੈਗੇ। ਜੇ ਕੋਈ ਮੁਸ਼ਕਲ ਹੈ ਪਊਗਾ ਜੀ, ਇਹ ਤਾਂ ਲੋਕਾਂ ਨਾਲ ਵੀਰ ਜੀ। ਹੁਣ ਮੈਂ ਤਾਂ ਤੁਹਾਨੂੰ ਦੱਸਿਆ, ਇਹ ਤਾਂ ਪਹਿਲਾਂ ਵੀ ਮੇਰੇ ਕੋਲ ਆਏ ਸੀ ਕਿ ਮੇਰੇ ਤੋਂ ਗਲਤੀ ਹੋ ਗਈ ਭੈਣ ਜੀ, ਮੇਰਾ ਪਿੱਛਾ ਛਡਾਓ। ਮੈਨੂੰ ਹੁਣ ਪਤਾ ਨਹੀਂ ਨਾ ਐਕਚੁਅਲ 'ਚ ਗੱਲ ਇਹਨਾਂ ਨੇ ਕਿਉਂ ਸਾਈਨ ਕੀਤੇ, ਇਹ ਤਾਂ ਇਹੀ ਦੱਸ। ਸੋ ਹਾਂ, ਜੇ ਪੰਚਾਇਤਾਂ ਨੂੰ ਲੱਗਦਾ ਹੈ ਤੁਸੀਂ ਰਿਟਰਨ ਦਿਓ ਪਲੀਜ਼। ਇਸ ਤਰ੍ਹਾਂ ਆਪਾਂ ਇਕੱਠੇ ਹੋ ਕੇ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ। ਅਸੀਂ ਸਰਕਾਰ ਤੁਹਾਡੇ ਹਿੱਤਾਂ ਲਈ ਹੈ। ਮੈਡਮ ਖੜੇ ਆ ਜੀ ਨਾਲ ਤੁਹਾਡੇ, ਤੁਸੀਂ ਸਾਈਨ ਕਿਉਂ ਕੀਤੇ ਸੀ ਇਹਨਾਂ ਨੂੰ ਵੀ ਪਤਾ ਲੱਗੇ ਜੀ, ਦੱਸਿਓ। ਸ਼ਾਇਦ ਹਮ ਤਾਂ ਕਹਿੰਦੇ ਵੀ ਇਹਨਾਂ ਪਾਰਕਾਂ ਬਣਾਉਣੀਆਂ ਕਰਕੇ। ਲਓ ਜੀ ਮੈਡਮ, ਤੁਹਾਡੇ ਸਾਹਮਣੇ ਗੁੰਮਰਾਹ ਜੀ ਆ, ਤੁਹਾਡੇ ਸਾਹਮਣੇ ਮੈਂ ਤੁਹਾਡੇ ਨਾਲ ਇਹ ਕਹਿ ਰਹੇ ਵੀ ਪਾਰਕਾਂ ਬਣਾਉਣ ਨੂੰ ਕਹਿ ਕੇ ਸਾਈਨ ਕਰਾ ਲੇ, ਤੇ ਹੁਣ ਇੱਥੇ ਇੰਡਸਟਰੀ ਲੱਗ ਰਹੀ ਹੈ ਜੀ। ਇਹ ਕਿੰਨੇ ਕਿੱਲਿਆਂ ਤੇ ਕਿਹਾ ਸੀ ਤੁਹਾਨੂੰ ਪਾਰਕ ਬਣਾਉਣੀ ਹੈ ਮਾਤਾ ਜੀ? ਤਾਂ 200 ਕਿੱਲੇ ਦਾ ਤੇ 407 ਕਿੱਲੇ ਜੋ ਵੀ ਹੈ। ਦੇਖੋ ਮੈਂ ਤੁਹਾਡੇ ਨਾਲ ਹੈ, ਜਿੱਥੇ ਵੀ ਲੈ ਕੇ ਜਾਣਾ। ਜੇ ਮੈਂ ਤਾਂ ਤੁਹਾਡੇ ਹੱਕ ਦੀ ਆਵਾਜ਼ ਆਪਾਂ ਬੁਲੰਦ ਕਰਾਂ। ਸੋ ਇਹ ਜਿਹੜਾ ਅੱਜ ਜਿਹੜਾ ਤੁਸੀਂ ਪਰਚਾ ਕਰਾਓ, ਸਰਪੰਚ ਕਹਿ ਰਿਹਾ ਗੁੰਮਰਾਹ ਕੀਤਾ। ਹਾਂ, ਬਿਲਕੁਲ ਕਰਾਵਾਂਗੇ। ਜੇ ਡੀਸੀ ਨੇ ਗੁੰਮਰਾਹ ਕੀਤਾ ਚੱਕੀ ਜਾ ਰਹੀ ਉਹ ਕਹਿੰਦੇ ਠੀਕ ਹੈ ਜੀ, ਧੰਨਵਾਦ। ਹੁਣ ਇਹ ਜੰਗ ਦੀ ਸ਼ੁਰੂਆਤ ਜਿਹੜੀ ਇੱਥੋਂ ਹੋਈ ਹੈ, ਇਹ ਕਿਸ ਤਰ੍ਹਾਂ ਚੱਲਦੀ ਹੈ ਤੇ ਇਸ ਦਾ ਅੰਤ ਕੀ ਹੁੰਦਾ ਹੈ? ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਮੱਤੇਵਾੜਾ, ਲੁਧਿਆਣਾ, ਪੰਜਾਬੀ ਲੋਕ ਚੈਨਲ।